ਤਹਿਸੀਲਦਾਰ ਹਰਫੂਲ ਸਿੰਘ ਗਿੱਲ ਤੇ ਐਸਐਮਓ ਡਾਕਟਰ ਸੋਹਣ ਲਾਲ ਅਰੋੜਾ ਨੂੰ ਵੱਖ-ਵੱਖ ਧਾਰਾਵਾਂ ਦੇ ਵਿੱਚ ਹੋਈ 8.5 ਸਾਲ ਦੀ ਕੈਦ। ਫਤਿਹਗੜ੍ਹ ਸਾਹਿਬ ਦੇ ਤਹਿਸੀਲਦਾਰ ਐਸਐਮਓ ਤੋਂ ਅਸ਼ਟਾਮ ਫਰੋਜ਼ ਨੂੰ ਧੋਖਾਧੜੀ ਦੇ ਮਾਮਲੇ ਦੇ ਵਿੱਚ ਕੈਦ ਹੋਈ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਵੱਡੇ ਅਹੁਦੇਦਾਰਾਂ ਤੇ ਅਫਸਰ ਲੋਕਾਂ ਦੇ ਨਾਲ ਕਿਵੇਂ ਮਾਰਦੇ ਨੇ ਠੱਗੀ। ਫਤਿਹਗੜ੍ਹ ਸਾਹਿਬ ਦੇ ਟਰੈਕਟਰ ਪੂਰੀ ਪ੍ਰਮੋਟਰਾਂ ਪ੍ਰਾਈਵੇਟ ਲਿਮਟਿਡ ਦੇ ਮਾਲਕ ਰਵਿੰਦਰ ਪਾਲ ਪੂਰੀ ਦੇ ਨਾਲ ਜ਼ਿੰਮੇਵਾਰ ਤਹਿਸੀਲਦਾਰ ਵੱਲੋਂ ਕਿਵੇਂ ਮਾਰੀ ਜਾਂਦੀ ਹੈ ਠੱਗੀ। ਇਸ ਮੌਕੇ ਰਵਿੰਦਰ ਪਾਲ ਪੁਰੀ ਨੇ ਦੱਸਿਆ ਕਿ 13 ਸਾਲ ਪਹਿਲਾਂ ਉਹਨਾਂ ਦਾ ਐਸਐਮਓ ਸੋਹਣ ਲਾਲ ਨਾਲ ਜ਼ਮੀਨ ਦਾ ਸੌਦਾ ਹੋਇਆ ਸੀ। ਉਹਨਾਂ ਦੱਸਿਆ ਕਿ ਸੌਦੇ ਤੇ ਪੂਰਾ ਉਤਰਨ ਦੀ ਬਜਾਏ ਉਹਨਾਂ ਝੂਠਾ ਦੀਵਾਨੀ ਦਾਅਵਾ ਕੋਰਟ ਦੇ ਵਿੱਚ ਪਾ ਦਿੱਤਾ। ਇਸ ਮੌਕੇ ਰਵਿੰਦਰ ਪਾਲ ਪੁਰੀ ਨੇ ਦੱਸਿਆ ਕਿ 13 ਸਾਲ ਪਹਿਲਾਂ ਉਹਨਾਂ ਦਾ ਐਸਐਮਓ ਸੋਹਣ ਲਾਲ ਦੇ ਨਾਲ ਜ਼ਮੀਨ ਦਾ ਸੌਦਾ ਹੋਇਆ ਸੀ। ਉਹਨਾਂ ਇਹ ਵੀ ਦੱਸਿਆ ਕਿ ਸੌਦੇ ਤੇ ਪੂਰਾ ਉਤਰਨ ਦੀ ਬਜਾਏ ਉਹਨਾਂ ਝੂਠਾ ਦੀਵਾਨੀ ਦਾਅਵਾ ਕੋਰਟ ਦੇ ਵਿੱਚ ਪਾ ਦਿੱਤਾ। ਜਦੋਂ ਸੋਹਣ ਲਾਲ ਦੇ ਜਾਲੀ ਪੇਪਰਾਂ ਦੀ ਰਵਿੰਦਰ ਪਾਲ ਦੇ ਅਸਲ ਪੇਪਰਾਂ ਅੱਗੇ ਕੋਈ ਪੇਸ਼ ਨਾ ਚੱਲੀ ਕਿਉਂਕਿ ਕੋਰਟ ਨੇ ਸੋਹਣ ਲਾਲ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ। ਐਸਐਮਓ ਸੋਹਣ ਲਾਲ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਤੇ ਅਸ਼ਟਾਮ ਫਰੋਸ਼ ਰਾਜ ਕੁਮਾਰ ਨੇ ਮਿਲੀ ਭੁਗਤ ਦੇ ਨਾਲ ਇੱਕ ਹੋਰ ਦਸਤਾਵੇਜ਼ ਠੱਗੀ ਮਾਰਨ ਦੀ ਨੀਅਤ ਦੂਸਰੀ ਦੀਵਾਨੀ ਦਾਅਵੇ ਦੇ ਵਿੱਚ ਬਤੌਰ ਸਬੂਤ ਵਰਤ ਲਿਆ ਸੀ, ਜਿਸ ਦੇ ਆਧਾਰ ਤੇ ਸ਼ਿਕਾਇਤਕਰਤਾ ਨੇ ਦਰਖਾਸਤ ਦੇ ਕੇ ਇਹਨਾਂ ਤੇ ਪਰਚਾ ਦਰਜ ਕਰਵਾ ਦਿੱਤਾ। ਉਸ ਮੌਕੇ ਦੇ ਤਫਤੀਸ਼ੀ ਅਫਸਰ ਸਾਬਕਾ ਇੰਸਪੈਕਟਰ ਰਵਿੰਦਰ ਮੋਹਨ ਲਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਕੇਸ ਬਾਰੇ ਕੀ ਕੁਝ ਦੱਸਿਆ, ਆਓ ਸੁਣਦੇ ਹਾਂ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਮੌਜੂਦਾ ਤਹਿਸੀਲਦਾਰ ਤੇ ਕੀ ਕਾਰਵਾਈ ਕਰਦੀ ਹੈ। ਜ਼ਿਕਰਯੋਗ ਹੈ ਕਿ ਐਡੇ ਵੱਡੇ ਤੇ ਅਹੁਦੇ ਤੇ ਬੈਠ ਕੇ ਜਾਲੀ ਪੇਪਰ ਤਿਆਰ ਕਰਦਾ ਹੈ, ਜਦਕਿ ਤਹਿਸੀਲਦਾਰ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਨਤਾ ਦੇ ਪੇਪਰਾਂ ਨੂੰ ਤਸਦੀਕ ਕਰੇ। ਪਰ ਤਹਿਸੀਲਦਾਰ ਜਾਲੀ ਪੇਪਰ ਤਿਆਰ ਕਰਕੇ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਠੱਗੀ ਮਾਰ ਲਵੇ ਤਾਂ ਉਹ ਜ਼ਿੰਮੇਵਾਰ ਵਿਅਕਤੀ ਕਿਸ ਕੋਲ ਫਰਿਆਦ ਲੈ ਕੇ ਜਾਵੇਗਾ। ਪਰ ਕੋਰਟ ਵੱਲੋਂ ਤਹਿਸੀਲਦਾਰ ਐਸਐਮਓ ਤੇ ਅਸ਼ਟਾਮ ਫਰੋਸ਼ ਨੂੰ ਦੋਸ਼ੀ ਪਾਇਆ ਗਿਆ ਤੇ ਸਜ਼ਾ ਵੀ ਸੁਣਾਈ ਗਈ। ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਤਿੰਨ ਜ਼ਿੰਮੇਵਾਰ ਅਫਸਰਾਂ ਤੇ ਕੀ ਕਾਰਵਾਈ ਕਰਦੀ ਹੈ। ਸਾਡੇ ਕੋਲ ਇੱਕ ਸਟੇਟ ਵਰਸਸ ਸੋਹਣ ਲਾਲ ਕੇਸ ਚੱਲਿਆ, ਜਿਹਦੇ ਵਿੱਚ ਸੋਹਣ ਲਾਲ ਡਾਕਟਰ ਸੋਹਣ ਲਾਲ ਜੀ ਜਿਹੜੇ ਕਿ ਐਸਐਮਓ ਰਿਟਾਇਰਡ ਹਰਪੂਲ ਸਿੰਘ ਜੀ ਗਿੱਲ ਤਹਿਸੀਲਦਾਰ ਐਟ ਪ੍ਰੈਜ਼ੈਂਟ ਪੋਸਟਡ ਇਨ ਅਜਨਾਲਾ ਤੇ ਰਾਜ ਕੁਮਾਰ ਸਟੈਂਪ ਪੈਂਟਰ ਜਿਹੜੇ ਕਿ ਡਿਸਟ੍ਰਿਕਟ ਕੋਰਟ ਫਤਿਹਗੜ੍ਹ ਸਾਹਿਬ ਦੇ ਸਟੈਂਪ ਪੈਂਟਰ ਦਾ ਵੇਚਣ ਦਾ ਕੰਮ ਕਰਦੇ, ਇਹਨਾਂ ਦੇ ਖਿਲਾਫ ਦਰਜ ਹੋਇਆ ਸੀ। ਇਹਨਾਂ ਨੇ ਇੱਕ ਐਂਟੀ ਡੇਟਡ, ਜਿਸ ਨੂੰ ਅਸੀਂ ਕਹਿੰਦੇ ਪੁਰਾਣੀ ਡੇਟ ਦੇ ਵਿੱਚ ਸਟਾਮ ਵੇਚ ਕੇ ਉਸ ਦੇ ਉੱਪਰ ਇੱਕ ਹਲਕੇ ਬਿਆਨ ਬਣਾ ਕੇ ਤਹਿਸੀਲਦਾਰ ਤੋਂ ਪੁਰਾਣੀ ਡੇਟ ਦੇ ਵਿੱਚ ਤਸਦੀਕ ਕਰਵਾ ਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਤਾ। ਅਦਾਲਤ ਨੇ ਉਹ ਜਿਹੜਾ ਅਗਵਾਈਆਂ ਦੇ ਆਧਾਰ 'ਤੇ ਦੇਖਿਆ ਕਿ ਇਹ ਫੋਰਸਡ ਡਾਕੂਮੈਂਟ ਹੈ, ਇਹ ਜਾਲੀ ਬਣਾਇਆ ਗਿਆ। ਇਹ ਤਿੰਨਾਂ ਦੀ ਮਿਲੀ ਭੁਗਤ ਨਾਲ ਬਣਿਆ, ਕਿਉਂਕਿ ਇੱਕ ਨੇ ਸਟਾਮ ਵੇਚਿਆ, ਦੂਜੇ ਨੇ ਟਾਈਪ ਕਰਾਇਆ, ਤੀਜੇ ਨੇ ਅਟੈਸਟ ਕਰਤਾ ਨੂੰ ਪੁਰਾਣੀ ਡੇਟ ਦੇ ਵਿੱਚ। ਉਹ ਕਿਤੇ ਦਰਜ ਨਹੀਂ ਹੋਇਆ ਸਾਰੀ ਤਹਿਸੀਲ ਦੇ ਵਿੱਚ, ਨਾ ਕੋਈ ਉਹਦੀ ਫੋਟੋ ਹੋਈ, ਅਤੇ ਉਹਦੇ ਆਧਾਰ 'ਤੇ ਦੀਵਾਨੀ ਅਦਾਲਤ ਨੇ ਵੀ ਇਹਨੂੰ ਕਿਹਾ ਵੀ ਇਹ ਜਾਲੀ ਬਣੇ ਹੋਇਆ ਅਤੇ ਫਰਜ਼ੀ ਬਣਾਇਆ ਗਿਆ ਹੈਗਾ। ਉਹਦਾ ਦਾਅਵਾ ਖਾਰਜ ਕਰਤਾ ਸੀ ਅਤੇ ਬਾਅਦ ਦੇ ਵਿੱਚ ਇਹਨਾਂ ਦੇ ਖਿਲਾਫ ਇਹ ਕੇਸ ਰਜਿਸਟਰਡ ਹੋ ਗਿਆ 420, 465, 467, 468, 471 IPC 120 ਵੀ IPC ਦੇ ਤਹਿਤ। ਅਤੇ ਉਹ ਮੁਕੱਦਮਾ ਜਿਹੜਾ ਥਾ 23/8/2011 ਦਾ ਚੱਲ ਰਿਹਾ ਸੀ। ਇਹਨਾਂ ਦੇ ਵਿੱਚੋਂ ਦੋ ਮੁਲਜ਼ਮ ਹਾਈ ਕੋਰਟ ਵੀ ਗਏ ਵੀ ਕੁਐਸ਼ ਕਰੀ ਜਾਵੇ ਇਹ ਪਟੀਸ਼ਨ, ਪਰ ਉਹ ਕੁਐਸ਼ ਹਾਈ ਕੋਰਟ ਨੇ ਕਰੀ ਨਹੀਂ ਹੈ। ਇਸ ਕਰਕੇ ਇਹ 10 ਸਾਲ 11 ਸਾਲ ਹੋ ਗਏ ਮੁਕੱਦਮੇ ਨੂੰ ਚੱਲਦੇ ਨੂੰ। ਅਤੇ ਗਵਾਹਾਂ ਦੇ ਆਧਾਰ 'ਤੇ ਦੋ ਦਸਤਾਵੇਜ਼ ਅਸੀਂ ਪੇਸ਼ ਕੀਤੇ, ਪ੍ਰੋਸੀਕਿਊਸ਼ਨ ਨੇ ਪੇਸ਼ ਕੀਤੇ ਅਤੇ ਅਦਾਲਤ ਦੇ ਵਿੱਚ ਉਹਨਾਂ ਦੇ ਆਧਾਰ 'ਤੇ ਤਿੰਨਾਂ ਨੂੰ ਜਿਹੜੀ ਹੈਗੀ ਹੈ ਹਰ ਇੱਕ ਧਾਰਾ, ਜਿਸ ਤਰ੍ਹਾਂ 420 IPC ਹੈ, ਇਸ ਦੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। 465 ਦੇ ਵਿੱਚ 1 ਸਾਲ ਦੀ ਸਜ਼ਾ ਸੁਣਾਈ ਗਈ। 467 2 ਸਾਲ ਸੁਣਾਈ ਗਈ। 468 'ਚ 2 ਸਾਲ ਸੁਣਾਈ ਗਈ ਅਤੇ 471 'ਚ 1 ਸਾਲ ਅਤੇ 120 'ਚ 6 ਮਹੀਨੇ ਦੀ ਕੈਦ ਤਿੰਨੇ ਮੁਲਜ਼ਮਾਂ ਨੂੰ ਜਿਹੜੀ ਹੈਗੀ ਹੈ ਸੁਣਾਈ ਗਈ ਹੈ। ਵੈਸੇ ਤਾਂ ਇਹ 7.5 ਸਾਲ ਬਣਦੀ ਹੈ, ਪਰ ਕਿਉਂਕਿ ਇਹ ਕਨਕੂਰੈਂਟਲੀ ਚੱਲਦੀ ਹੁੰਦੀ ਹੈ ਕਿ ਬਰਾਬਰ ਸਾਰੀਆਂ ਸਜ਼ਾਵਾਂ ਚੱਲਦੀਆਂ, ਇਸ ਕਰਕੇ 2 ਸਾਲ ਬਣਦੀ ਹੈ ਅਤੇ ਜੁਰਮਾਨਾ ਜਿਹੜਾ ਹੈਗਾ 6-6 ਹਜ਼ਾਰ ਇਹਨਾਂ ਨੇ ਅਦਾਲਤ ਦੇ ਵਿੱਚ ਭਰਵਾਤਾ ਹੈਗਾ। ਅਦਾਲਤ ਵੱਲੋਂ ਵੀ ਫੈਸਲਾ ਦਿੱਤਾ ਗਿਆ। ਮਾਮਲਾ ਕੀ ਥਾ ਇਹਦਾ, ਪਿੱਛੇ ਜਾਈਏ ਵੀ ਕਿਸ ਕਰਕੇ ਹੋਇਆ ਇਹ? ਉਹ ਜਾਲੀ ਜਿਹੜਾ ਸ਼ਿਕਾਇਤ ਕਰੀ ਸੀ ਕਿਹਦੀ? ਰਵਿੰਦਰ ਪਾਲਪੁਰੀ ਦੇ ਕੰਪਲੇਨੈਂਟ ਹੈ, ਉਹਨਾਂ ਦੀ ਜ਼ਮੀਨ ਦਾ ਸੌਦਾ ਕਰਿਆ ਸੀ ਡਾਕਟਰ ਸੋਹਣ ਲਾਲ ਨੇ। ਤੇ ਉਹਨਾਂ ਨੇ ਕਿਹਾ ਕਿ ਅਸੀਂ ਰਜਿਸਟਰੀ ਕਰਾਉਣ ਨੂੰ ਤਿਆਰ ਹਾਂ, ਪਰ ਉਹਨਾਂ ਨੇ ਰਜਿਸਟਰੀ ਕਰਵਾਈ ਨਹੀਂ ਹੈ, ਕਿਉਂਕਿ ਅਮਾਊਂਟ ਜਿਹੜਾ ਸੀ ਉਹ ਬਹੁਤ 3 ਕਰੋੜ 60 ਲੱਖ ਦਾ ਬਣਦਾ ਸੀ
ਤੇ ਉਹਨੇ ਫਿਰ ਕੀ ਕਰਿਆ ਕਿ ਇੱਕ ਜਾਲੀ ਅਸਟਾਮ ਤਿਆਰ ਕਰ ਲਿਆ ਕਿ ਮੈਂ ਤਿਆਰ ਰਿਹਾ, ਇਹਨਾਂ ਨੇ ਨਹੀਂ ਤਿਆਰ ਰਹੇ ਰਜਿਸਟਰੀ ਕਰਾਉਣ ਨੂੰ। ਠੀਕ ਹੈ। ਤੇ ਉਹਨੇ ਉਹ ਜਿਹੜਾ ਜਾਲੀ ਸਟਾਂਪ ਬਣਾਇਆ ਅਦਾਲਤ ਦੇ ਵਿੱਚ ਪੇਸ਼ ਕਰਤਾ ਵਾ, ਇਹ ਦਿਖਾਉਣ ਨੂੰ ਕਿ ਰਵਿੰਦਰਪਾਲ ਪੁਰੀ ਰਜਿਸਟਰੀ ਕਰਾਉਣ ਨੂੰ ਤਿਆਰ ਨਹੀਂ ਸੀ, ਮੈਂ ਰਜਿਸਟਰੀ ਕਰਾਉਣ ਨੂੰ ਤਿਆਰ ਰਿਹਾ ਹਮੇਸ਼ਾ। ਉਹ ਜਿਹੜਾ ਹਲਫੀਆ ਬਿਆਨ ਸੀ ਉਹ ਜਾਲੀ ਪਾਇਆ ਗਿਆ ਤੇ ਅਦਾਲਤ ਨੇ ਉਹਦਾ ਦੀਵਾਨੀ ਦਾਵਾ ਵੀ ਇਸ ਕਰਕੇ ਡਿਸਮਿਸ ਕਰਤਾ ਕਿ ਤੂੰ ਤਿਆਰ ਨਹੀਂ ਰਹੇਗਾ ਤੇ ਜਿਹੜਾ ਤੇਰਾ ਹਲਫੀਆ ਬਿਆਨ ਵੀ ਤਿਆਰ ਕਰਿਆ ਗਿਆ ਇਹ ਜਾਲੀ ਹੈ। ਉਹਦੇ ਵਿੱਚੋਂ ਫਿਰ ਇਹ ਫੌਜਦਾਰੀ ਕੇਸ ਹੋਇਆ। ਫੌਜਦਾਰੀ ਕੇਸ ਦੇ ਵਿੱਚ ਇਹਨਾਂ ਨੂੰ ਜਿਹੜੀ ਹੈਗੀ ਹੈ ਉੱਥੇ ਵੀ ਇਹ ਜਾਲੀ ਪਾਇਆ ਗਿਆ, ਉਹਦੇ ਵਿੱਚ ਸਜ਼ਾ ਸੁਣਾਈ ਗਈ ਹੈ। ਕੀ ਨਾਮ ਨੇ ਦੋਸ਼ੀਆਂ ਦੇ? ਕੀ ਡਾਕਟਰ ਕਰਦੇ? ਸੋਹਣ ਲਾਲ ਇੱਕ ਤਾਂ ਐਸਐਮਓ ਰਿਟਾਇਰਡ ਹੈਗਾ ਤੇ ਦੂਜਾ ਹਰਪੂਰ ਸਿੰਘ ਜੀ ਗਿੱਲ ਹੈ, ਤਹਿਸੀਲਦਾਰ ਹੈ, ਪ੍ਰੈਜ਼ੈਂਟ ਨਾਲੇ ਲੱਗੇ ਹੋਏ ਆ, ਤੇ ਰਾਜਕੁਮਾਰ ਜਿਹੜਾ ਸਟੈਂਪੈਂਟਰ ਜ਼ਿਲ੍ਹਾ ਕਚਹਿਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਟਾਂਪ ਫਰੋਸ਼ੀ ਦਾ ਕੰਮ ਕਰਦਾ ਵੇਚਣ ਦਾ, ਤੇ ਤਿੰਨੇ ਮੁਲਜ਼ਮ ਜਿਹੜੇ ਦੋਸ਼ੀ ਪਾਏ ਗਏ। ਮੈਂ ਨਿਰਮਲ ਕੁਮਾਰ ਪੁਰੀ ਅਤੇ ਭੁਪਿੰਦਰ ਸਿੰਘ ਜੀ ਸੋਢੀ ਦੋਨੋਂ ਅਸੀਂ ਕੰਪਲੇਨੈਂਟ ਰਵਿੰਦਰਪਾਲ ਪੁਰੀ ਵੱਲੋਂ ਕੇਸ ਦੀ ਪੈਰਵੀ ਕਰਦੇ ਰਹੇ ਤੇ ਉਹਨਾਂ ਦੀਆਂ ਜਿਹੜੀ ਵੀ ਹੈ ਸਿਰੇ ਤੱਕ ਗਵਾਹੀਆਂ ਜੋ ਵੀ ਹੈ ਪੈਰਵੀ ਕਰਨ ਤੋਂ ਬਾਅਦ ਇਹ ਅਦਾਲਤ ਨਤੀਜੇ 'ਤੇ ਪਹੁੰਚੀ ਹੈ ਕਿ ਇਹ ਸਾਰੇ ਦੋਸ਼ੀ ਜਿਹੜੇ ਹੈਗੇ ਆ ਇਹਨਾਂ ਨੇ ਦੋ ਜੁਰਮ ਕੀਤਾ ਹੋਇਆ। ਹੁਣ ਉਹਨਾਂ ਨੇ ਜੁਰਮਾਨਾ ਤੇ ਸਜ਼ਾ ਦਾ ਅੱਗੇ ਜੁਰਮਾਨਾ ਉਹਨਾਂ ਨੇ ਅਦਾਲਤ ਦੇ ਵਿੱਚ ਪ੍ਰਭਾਵਿਤਾ ਕਿਉਂਕਿ ਸਜ਼ਾ 3 ਸਾਲ ਤੋਂ ਘੱਟ ਹੋਣ ਕਰਕੇ ਉਹਨਾਂ ਨੂੰ ਅਦਾਲਤ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜੇ 3 ਸਾਲ ਤੋਂ ਵੱਧ ਹੁੰਦੀ ਫਿਰ ਜ਼ਮਾਨਤ ਨਾ ਮਿਲਦੀ ਕਿਉਂਕਿ ਸਜ਼ਾ 3 ਸਾਲ ਤੋਂ ਘੱਟ, ਇਸ ਕਰਕੇ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਛੱਡਤੀ, ਅਪੀਲ ਪਾਉਣ ਦੀ ਇਜਾਜ਼ਤ ਦੇ ਦਿੱਤੀ। ਉੱਚ ਕੋਰਟ 'ਚ ਅਪੀਲ ਕਰ ਸਕਦੇ ਹੋ? ਹਾਂਜੀ, ਉੱਪਰ ਹਾਈ ਮਤਲਬ ਉੱਚ ਕੋਰਟ 'ਚ ਅਪੀਲ ਕਰ ਸਕਦੇ ਹਾਂ ਸੈਸ਼ਨ ਕੋਰਟ 'ਚ ਅਪੀਲ ਕਰ ਸਕਦੇ, ਸੈਸ਼ਨ ਕੋਰਟ 'ਚ ਪਹਿਲਾਂ। ਤੇ ਤੁਸੀਂ ਕੋਈ ਇਹਦੇ ਸੰਬੰਧੀ ਤਹਿਸੀਲਦਾਰ ਮੌਜੂਦਾ ਤਹਿਸੀਲਦਾਰ ਹੈ ਉਹਦੀ ਨੌਕਰੀ ਨੂੰ ਲੈ ਕੇ ਵੀ ਕੋਈ ਅਗਲੀ ਕਾਰਵਾਈ ਕਰੋਗੇ? ਕੰਪਲੇਨੈਂਟ ਨੇ ਦੇਖੋ ਜੀ ਉਹ ਦਸਤਾਵੇਜ਼ ਭੇਜਣਗੇ ਉੱਪਰ FCR ਤੱਕ, ਫਾਈਨੈਂਸ਼ੀਅਲ ਕਮਿਸ਼ਨ ਰੈਵਨਿਊ ਤੇ ਵੀ ਐਸੇ ਕਰਪਟ ਤੇ ਬੰਦੇ ਨੂੰ ਜਿਹੜਾ ਜਾਲੀ ਦਸਤਾਵੇਜ਼ ਤਿਆਰ ਕਰਦਾ ਹੈ ਇਹ ਜਿਹਨੂੰ ਨੌਕਰੀ 'ਚ ਰੱਖਣਾ ਨਹੀਂ ਚਾਹੀਦਾ, ਨਾ ਹੀ ਉਹ ਰਹਿਣਾ ਚਾਹੀਦਾ ਕਿਉਂਕਿ ਉਹ ਇਹਨੂੰ ਹੈ ਇਹ ਤਕਰੀਬਨ ਜਿਹੜੇ ਗਲਤ ਡਾਕੂਮੈਂਟ ਤਿਆਰ ਕਰਨ ਦਾ ਆਦੀ ਹੈ। ਤੇ ਹੁਣ ਮੌਜੂਦਾ ਟਾਈਮ 'ਚ ਕਿੱਥੇ ਹੈ ਹਰਪੂਰ ਸਿੰਘ ਤੁਸੀਂ? ਇਹ ਉਹ ਤਹਿਸੀਲਦਾਰ ਇਸ ਵੇਲੇ ਅਜਨਾਲਾ ਲੱਗਿਆ ਹੋਇਆ, ਉਹਦੇ ਕੋਲ ਐਡੀਸ਼ਨਲ ਚਾਰਜ ਕੋਈ ਜੈਤੋ ਦਾ ਵੀ ਹੈਗਾ ਕਹਿੰਦੇ, ਕਿਉਂਕਿ ਇਹੋ ਜਿਹੇ ਬੰਦੇ ਨੂੰ ਤਾਂ ਇੱਕ ਚਾਰਜ ਨਹੀਂ ਦੇਣਾ ਚਾਹੀਦਾ, 2-2 ਥਾਂ ਦਾ ਚਾਰਜ ਦਿੱਤਾ ਹੋਇਆ। ਮੈਂ ਰਵਿੰਦਰਪੁਰੀ ਹਰਮਪੁਰੀ ਪ੍ਰਮੋਟਰ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ। ਮੇਰੇ ਨਾਲ 2008 ਵਿੱਚ ਸੋਹਣ ਲਾਲ SMO ਨੇ ਸੌਦਾ ਕੀਤਾ ਸੀਗਾ ਜੋ ਕਿ ਮੈਂ ਰਜਿਸਟਰੀ ਕਰਾਉਣ ਨੂੰ ਤਿਆਰ ਸੀਗਾ। ਇਹ ਰਜਿਸਟਰੀ ਕਰਾਉਣ ਨੂੰ ਤਿਆਰ ਨਹੀਂ ਸੀਗੇ, ਇਹਨਾਂ ਨੇ ਸਾਰਾ ਦਸਤਾਵੇਜ਼ ਜਾਲੀ ਬਣਾ ਕੇ ਮੇਰੇ ਪਹਿਲਾਂ ਮੈਂ ਕੇਸ ਜਿੱਤ ਗਿਆ, ਉਸ ਤੋਂ ਬਾਅਦ ਇਹਨਾਂ ਨੇ ਜਾਲੀ ਦਸਤਾਵੇਜ਼ ਤਿਆਰ ਕਰਕੇ ਫਿਰ ਮੇਰੇ ਤੇ ਦੁਆਰਾ ਕੇਸ ਕਰ ਦਿੱਤਾ। ਫਿਰ ਮੈਂ ਪੁਲਿਸ ਸਟੇਸ਼ਨ ਗਿਆ, ਅਪੀਲ ਕੀਤੀ ਕਿ ਮੇਰੇ ਨਾਲ ਆਹ ਧੱਕਾ ਹੋਇਆ। ਮੈਂ ਅੱਜ ਕੋਰਟ ਦਾ ਅਤੀ ਧੰਨਵਾਦੀ ਹਾਂ ਕਿਉਂਕਿ ਮੈਨੂੰ 13 ਸਾਲ ਬਾਅਦ ਇਨਸਾਫ ਮਿਲਿਆ। ਇਹ ਐਸੇ ਜ਼ਿੰਮੇਵਾਰ ਬੰਦੇ ਐਡੀ ਬੜੀ ਜ਼ਿੰਮੇਵਾਰੀ ਪੋਸਟ ਤੇ ਬੈਠੇ ਨੇ, ਇਹਨਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਔਰ ਅੱਗੇ ਮੈਂ ਜਾਵਾਂਗਾ, ਸੁਪਰੀਮ ਕੋਰਟ ਤੱਕ ਵੀ ਮੈਂ ਪਹੁੰਚ ਕਰਾਂਗਾ ਇਸ ਕੇਸ ਨੂੰ। ਪ੍ਰਧਾਨ ਜੀ ਸੌਦਾ ਕਿੰਨੇ ਏਕੜ ਦਾ ਸੀਗਾ, ਕਿੰਨੇ ਪੈਸਿਆਂ ਦਾ ਸੌਦਾ ਸੀ? ਇਹ ਸੌਦਾ ਸੀਗਾ 66 ਲੱਖ ਰੁਪਏ ਪਰ ਏਕੜ, 41 ਕਨਾਲ 11 ਮਰਲੇ ਦਾ ਸੌਦਾ ਸੀਗਾ। ਮੈਂ ਜੱਜ ਸਾਹਿਬ ਕੋਲ ਆ ਕੇ ਬਿਆਨ ਦਿੱਤੇ, ਇਹਨੇ ਮੈਨੂੰ ਪਤਾ ਲੱਗਿਆ ਇੱਕ ਜ਼ਿੰਮੇਵਾਰ ਬੰਦੇ ਮਨਜੀਤ ਸਿੰਘ ਡੇਰੇ ਦੇ ਸਰਪੰਚ ਮੇਰੇ ਕੋਲ ਆਏ ਵੀ ਤੁਸੀਂ ਗਲਤ ਬੰਦਿਆਂ ਦੇ ਹੱਥੇ ਚੜ੍ਹ ਚੁੱਕੇ ਹੋ। ਇਹਨਾਂ ਦਾ ਤਰੀਕਾ ਵਾਰਦਾਤ ਇਹ ਸੀਗਾ ਕਿ ਇਹ ਸੌਦਾ ਕਰ ਲੈਂਦੇ ਸੀਗੇ, ਜੇ ਵੱਧ ਰੇਟ 'ਚ ਵਿਕ ਜਾਂਦਾ ਸੀਗਾ ਤਾਂ ਵੇਚ ਦਿੰਦੇ ਸੀਗੇ, ਨਹੀਂ ਪਾਰਟੀ ਤੇ ਕੇਸ ਕਰ ਦਿੰਦੇ। ਐਦਾਂ ਦੇ ਬਹੁਤ ਬੰਦੇ ਮੇਰੇ ਨਾਲ ਜਿਨ੍ਹਾਂ ਨੇ ਸਹਿਯੋਗ ਦਿੱਤਾ। ਸੋਹਣ ਲਾਲ ਦਾ ਤੁਸੀਂ ਗੂਗਲ ਤੇ ਵੀ ਨੈੱਟ ਤੇ ਵੀ ਕੱਢ ਕੇ ਇਹਦੇ ਸਾਰੇ ਦੇਖ ਸਕਦੇ ਜੋ ਵੀ ਇਹਦੀਆਂ ਵਾਰਦਾਤਾਂ ਹੈਗੀਆਂ ਨੇ। ਪ੍ਰਧਾਨ ਜੀ ਹਾਂਜੀ। ਤਹਿਸੀਲਦਾਰ ਦੀ ਕੀ ਭੂਮਿਕਾ ਰਹੀ ਹੈ ਠੱਗੀ 'ਚ? ਤਹਿਸੀਲਦਾਰ ਦੀ ਭੂਮਿਕਾ ਇਹ ਰਹੀ ਹੈ ਕਿ ਉਹਨਾਂ ਨੇ ਜਿਹੜੀ ਮੈਂ RTI ਐਕਟ ਰਾਹੀਂ ਸਾਰੀ ਉੱਥੇ ਹਾਜ਼ਰੀ ਰਜਿਸਟਰ ਮੰਗਾਇਆ ਇਹਨਾਂ ਦਾ ਵੀ ਇਸ ਤਰੀਕ ਨੂੰ ਕੋਈ ਹਾਜ਼ਰੀ ਲੱਗੀ ਹੈ। ਉੱਥੇ ਰਿਕਾਰਡ ਦੇ ਵਿੱਚ ਕੋਈ ਕੰਪਿਊਟਰ ਤੇ ਕੋਈ ਆਪਣਾ ਰਜਿਸਟਰ ਕੋਈ ਹਾਜ਼ਰੀ ਨਹੀਂ ਲੱਗੀ ਸੀ ਜੋ ਇਹਨਾਂ ਦੇ ਲਿਖਤ ਸੀਗੇ। ਉਹ ਤੋਂ ਬਾਅਦ ਸਾਰਾ ਫਿਰ ਅਸੀਂ SSP ਸਾਹਿਬ ਕੋਲ ਖੱਟੜਾ ਸਾਹਿਬ ਕੋਲ ਰਿਕੁਐਸਟ ਕੀਤੀ, ਉਹਨਾਂ ਨੇ ਇਹਨਾਂ ਦਾ ਰਜਿਸਟਰ ਕਬਜ਼ੇ 'ਚ ਲਿਆ। ਉੱਥੇ ਡਬਲ ਐਂਟਰੀਆਂ ਕਰਕੇ ਇਹਨਾਂ ਨੇ ਪਿਛਲੀ ਡੇਟ 'ਚ ਇੱਕ ਸਾਦੇ ਕਾਗਜ਼ ਤੇ 5-5 ਰੁਪਏ ਦੀਆਂ 3 ਟਿਕਟਾਂ ਲਾ ਕੇ ਜਾਲੀ ਦਸਤਾਵੇਜ਼ ਤਿਆਰ ਕੀਤੇ। ਫਿਰ ਮੈਂ ਕੋਰਟ ਦੀ ਸ਼ਰਨ 'ਚ ਪਹੁੰਚਿਆ ਔਰ ਕੋਰਟ ਨੇ ਮੈਨੂੰ ਅੱਜ 13 ਸਾਲ ਬਾਅਦ ਇਨਸਾਫ ਦਿੱਤਾ। ਮੈਂ ਫਿਰ ਦੁਬਾਰਾ ਤੁਹਾਨੂੰ ਦੱਸ ਰਿਹਾ ਕਿ ਮੈਂ ਕੋਰਟ ਦਾ ਅਤੀ ਧੰਨਵਾਦੀ ਹਾਂ, ਮੈਨੂੰ ਇਨਸਾਫ ਮਿਲਿਆ ਕੋਰਟ ਤੋਂ। ਹਰਪੂਰ ਜਿਹੜਾ ਤਹਿਸੀਲਦਾਰ ਹੈ ਮੌਜੂਦਾ ਕਿੱਥੇ ਲੱਗਿਆ ਹੋਇਆ ਉਹ? ਇਸ ਟਾਈਮ ਉਹ ਅਜਨਾਲੇ
ਜਾਂ ਜੇਤੋਂ ਦੋ ਜਗ੍ਹਾ ਦਾ ਉਹਦੇ ਕੋਲ ਚਾਰਜ ਹੈਗਾ। ਤੁਸੀਂ ਕੋਈ ਅਗਲੀ ਕਾਰਵਾਈ ਵੀ ਕਰੋਗੇ ਇਹਨਾਂ ਦੇ ਖਿਲਾਫ? ਬਿਲਕੁਲ ਅਗਲੀ ਕਾਰਵਾਈ ਮੈਂ ਜਿੱਥੇ ਤੱਕ ਵੀ ਹੋਊਗੀ ਸਿਰੇ ਤੱਕ ਜਾਵਾਂਗਾ, ਤਾਂ ਕਿ ਪਬਲਿਕ ਦੇ ਨਾਲ ਅੱਗੇ ਨੂੰ ਇਹੋ ਜਿਹੇ ਧੋਖੇ ਨਾ ਹੋਣ, ਕਿਉਂਕਿ ਜੋ ਗਰੀਬ ਜਨਤਾ ਹੈ ਉਹ ਵਿਚਾਰੇ ਗਰੀਬ ਕਿਸਾਨਾਂ ਨਾਲ ਜਿਨ੍ਹਾਂ ਨੇ ਬੱਚੇ ਵਿਆਹਣੇ ਹੁੰਦੇ ਨੇ, ਲੜਕੀਆਂ ਵਿਆਹਣੀਆਂ ਹੁੰਦੀਆਂ ਨੇ, ਉਹ ਮਜਬੂਰ ਹੁੰਦੇ ਨੇ, ਉਹਨਾਂ ਨੂੰ ਇਹ ਬੇਵਸ ਕਰ ਦਿੰਦੇ ਨੇ। ਮੇਰੇ ਤੋਂ ਵੀ ਰਾਜ ਕੁਮਾਰ ਨੇ ਇਸ ਗੱਲ ਨੂੰ, ਮੈਂ ਉਹਨੂੰ ਕਿਹਾ ਵੀ ਕਾਕਾ ਤੂੰ ਇਹ ਗਲਤ ਕੰਮ ਤੇ ਤੋਂ ਹੋ ਗਿਆ, ਤੂੰ ਜੋ ਵੀ ਹੈ ਸਹੀ ਦੱਸ ਦੇ। ਉਹ ਕਹਿੰਦਾ ਮੈਨੂੰ 4 ਵਿਸਵੇ ਜਗ੍ਹਾ ਤੇ ਦੇ ਦਿਓ। ਉਹ ਮੈਂ ਉਹਨੂੰ ਕਿਹਾ ਵੀ ਤੂੰ 4 ਵਿਸਵੇ ਮੇਰੇ ਤੋਂ ਕਿਹੜੀ ਗੱਲ ਦੀ ਜਗ੍ਹਾ ਤੇ ਮੰਗ ਰਿਹਾ, ਮੇਰਾ ਕਸੂਰ ਕੀ ਹੈ? ਮੇਰੇ ਕੋਲ ਬਿਆਨਾ ਆਇਆ, ਮੈਂ ਬਿਆਨਾ ਐਡਮਿਟ ਕਰ ਰਿਹਾ, ਮੈਨੂੰ ਪੈਸੇ ਦੇਣ ਰਜਿਸਟਰੀ ਕਰਾਉਣ। ਉਹ ਇਸ ਗੱਲ ਨੂੰ ਨਹੀਂ ਸਹਿਮਤ ਹੋਇਆ। ਉਹ ਤੋਂ ਬਾਅਦ ਤਹਿਸੀਲਦਾਰ ਸਾਹਿਬ ਨੇ ਮੇਰੇ ਕੋਲ ਕਈ ਬੰਦੇ ਮੈਨੂੰ ਡਰਾਉਣ ਨੂੰ, ਧਮਕਾਉਣ ਨੂੰ, ਸੋਹਣ ਲਾਲ ਤੇ ਤਹਿਸੀਲਦਾਰ ਨੇ ਰਲ ਕੇ ਬੰਦੇ ਭੇਜੇ, ਮੇਰੇ ਤੇ ਪ੍ਰੈਸ਼ਰ ਬਣਾਇਆ ਵੀ ਅਸੀਂ ਜਾਨੋਂ ਮਾਰ ਦਾਂਗੇ, ਅਸੀਂ ਜਨਾਨੀਆਂ ਤੇਰੇ ਗਲ ਪਾ ਦਾਂਗੇ। ਲੇਕਿਨ ਮੈਨੂੰ ਕੁਦਰਤ ਤੋਂ ਇੰਨੀ ਕਿਰਪਾ ਸੀ, ਮੈਂ ਕਿਸੇ ਗੱਲੋਂ ਘਬਰਾਇਆ ਨਹੀਂ ਕਿਸੇ ਤੋਂ ਵੀ। ਸੋ ਅੱਜ ਇਸ ਸਟੇਜ ਤੇ ਪਹੁੰਚਿਆ ਜਿਸ ਕਰਕੇ ਮੈਨੂੰ ਇਨਸਾਫ ਕੋਈ ਮਿਲਿਆ। ਮਾਫੀਨਾਮੇ ਦੀ ਵੀ ਕੋਈ ਅਰਜ਼ੀ ਲਾਈ ਗਈ ਸੀ, ਪਤਾ ਲੱਗਿਆ ਸੀ ਕੁਝ? ਇਹਨਾਂ ਵੱਲੋਂ ਜੀ ਸਰ। ਇਹਨਾਂ ਨੇ ਬੇਨਤੀ ਕੀਤੀ ਸੀ ਕੋਰਟ ਨੂੰ ਕਿ ਸਾਡੇ ਬੱਚੇ ਢਿੱਲੇ ਐ, ਇੱਦਾਂ ਮੇਰੀ ਘਰ ਵਾਲੀ ਢਿੱਲੀ ਹੈ, ਲੇਕਿਨ ਕੋਈ ਐਸਾ ਨਹੀਂ। ਇਹ ਸਭ ਨੋਟੰਕੀ ਨੇ, ਡਰਾਮੇਬਾਜ਼ ਨੇ, ਇਹਨਾਂ ਦਾ ਪੇਸ਼ਾ ਹੀ ਇਹੀ ਹੈ ਸ਼ੁਰੂ ਤੇ। ਕਿਹਨੇ ਲਾਈ ਸੀ ਮਾਫੀਨਾਮੇ ਦੀ ਅਰਜ਼ੀ? ਤਹਿਸੀਲਦਾਰ ਨੇ, ਰਾਜ ਕੁਮਾਰ ਨੇ, ਸੋਹਣ ਲਾਲ ਨੇ, ਤਿੰਨਾਂ ਨੇ ਅਰਜ਼ੀ ਲਾਈ ਸੀਗੀ। ਤੇ ਜੱਜ ਸਾਹਿਬ ਨੇ ਕਿਹਾ ਵੀ ਮੈਂ ਇਹ ਤੁਹਾਡੀ ਭਾਵੁਕਤਾ ਨਹੀਂ ਦਿਖਣੀ ਹੈਗੀ, ਦੇਖੋ ਤੁਸੀਂ ਨਜਾਇਜ਼ ਕੀਤਾ, ਸਾਰਾ ਡਾਕੂਮੈਂਟਰੀ ਸਿਸਟਮ ਹੈਗਾ। ਇਹਨਾਂ ਨੇ ਸਾਰਾ ਕੁਝ ਜਾਲੀ ਤਿਆਰ ਕੀਤਾ ਸੀ, ਕੋਈ ਵੀ ਕਿਸੇ ਚੀਜ਼ ਦਾ ਕੋਈ ਪ੍ਰਤੱਖ ਨਹੀਂ ਸਹੀ ਸੀ। ਪੁਲਿਸ ਸਾਹਿਬ ਇਹ ਦੱਸੋ, ਜਿਹੜੇ ਦੋਸ਼ ਨੇ ਤਹਿਸੀਲਦਾਰ ਤੇ ਉਹ ਸਾਬਤ ਕਰਤੇ ਕੋਰਟ ਨੇ? ਕੋਰਟ ਨੇ ਸਾਬਤ ਕਰਕੇ ਹੀ ਸਾਰੀਆਂ ਧਾਰਾਵਾਂ 420, 465, 67, 68, 71, 120 ਵਿੱਚ ਸਾਰੀਆਂ ਧਾਰਾਵਾਂ 'ਚ ਇਹਨਾਂ ਨੂੰ ਸਜ਼ਾ ਦਿੱਤੀ ਹੈ, ਜੋ 7.5 ਸਾਲ ਬਣਦੀ ਹੈ। ਤੁਸੀਂ ਲੋਕਾਂ ਨੂੰ ਦੱਸੋਗੇ ਇਹ ਤਹਿਸੀਲਦਾਰ ਕਿੱਦਾਂ ਠੱਗੀ ਮਾਰਦੇ ਨੇ? ਬਿਲਕੁਲ ਲੋਕਾਂ ਨੂੰ ਚਾਨਣਾ ਪਾਵਾਂਗੇ ਤਹਿਸੀਲਦਾਰ ਕਿੱਦਾਂ ਠੱਗੀਆਂ ਮਾਰਦੇ ਨੇ, ਲੇਕਿਨ ਨਹੀਂ ਐਸੀ ਗੱਲ ਨਹੀਂ, ਸਾਰੇ ਅਫਸਰ ਇਮਾਨਦਾਰ ਨੇ। ਇਹ ਹੀ ਕੁਝ ਐਸਾ ਅਫਸਰ ਸੀਗਾ ਜੋ ਇਹਨਾਂ ਨੂੰ ਦੱਸਿਆ ਵੀ ਤੁਸੀਂ ਇਹ ਗਲਤ ਕੰਮ ਕੀਤਾ ਹੈ। ਇਹ ਮੇਰੀ 15 ਕਰੋੜ ਦੀ ਜ਼ਮੀਨ ਇਹਨਾਂ ਨੇ ਮਿੱਟੀ ਬਣਾਤੀ, ਉਹਦਾ ਮੁੱਲ 3 ਕਰੋੜ ਰਹਿ ਗਿਆ। ਫਤਿਹਗੜ੍ਹ ਸਾਹਿਬ ਤੋਂ ਜਸਪ੍ਰੀਤ ਦੀ ਵਿਸ਼ੇਸ਼ ਰਿਪੋਰਟ।